ਸਤਿ ਸ੍ਰੀ ਅਕਾਲ। ਪਿਛਲੇ ਐਪੀਸੋਡ ਦੇ ਵਿੱਚ ਆਪਾਂ ਅਧਿਆਤਮਿਕ ਸਵਾਸਥ ਦੇ ਉੱਤੇ ਹੀ ਰੋਸ਼ਨੀ ਪਾਈ। ਅਗਰ ਸਾਡਾ ਅਧਿਆਤਮਿਕ ਸਵਾਸਥ ਅੱਛਾ ਹੋ ਜਾਏ, ਆਪਾਂ ਨੂੰ ਇਹਨਾਂ ਕੁਝ ਗੱਲਾਂ ਨੂੰ ਸਮਝਣਾ ਪਏਗਾ। ਹੈ ਤਾਂ ਮੁਸ਼ਕਲ, ਔਰ ਪ੍ਰੈਕਟੀਕਲ ਕਰਨ ਦੇ ਵਿੱਚ ਵੀ ਆਪਾਂ ਨੂੰ ਮੁਸ਼ਕਲ ਆਏਗੀ, ਕਿਉਂਕਿ ਆਪਾਂ ਸਦੀਆਂ ਤੋਂ ਲੈ ਕਰਕੇ ਆਪਾਂ ਬੋਡੀ ਕੌਨਸ਼ੀਅਸ ਰਹੇ ਹਾਂ। ਆਪਾਂ ਆਪਣੇ ਆਪ ਨੂੰ ਦੇ ਹੀ ਸਮਝਦੇ ਰਹੇ ਹਾਂ। ਅੱਜ ਕਿਸੇ ਨੂੰ ਕਿਸੇ ਦੀ ਆਈਡੀ ਪੁੱਛੋ ਤਾਂ ਵੀ ਉਹ ਆਪਣੀ ਦੇ ਦੀ ਆਈਡੀ, ਦੇ ਦਾ ਪ੍ਰੋਫੈਸ਼ਨ, ਔਰ ਦੇ ਦਾ ਕਿੱਤਾ, ਔਰ ਦੇ ਦਾ ਕਾਰੋਬਾਰ, ਦੇ ਸੰਬੰਧ, ਔਰ ਇਹ ਸਭ ਜਿਹੜੇ ਆ ਉਹ ਵੱਧਦੇ ਗਏ ਜਿਉਂ-ਜਿਉਂ ਵੱਧਦੇ ਗਏ, ਔਰ ਤੇ ਤਣਾਅ ਹੁੰਦਾ ਗਿਆ। ਹੁਣ ਆਪਾਂ ਉਹਨਾਂ ਸੰਬੰਧਾਂ ਦੇ ਨਾਲ ਡਿਟੈਚ ਨਹੀਂ ਹਾਂ। ਹੁਣ ਸਾਨੂੰ ਇੱਕ ਚੀਜ਼ ਦਾ ਨੌਲੇਜ ਮਿਲ ਰਿਹਾ ਹੈ ਕਿ ਆਪਾਂ ਸਮਝੀਏ ਤਾਂ ਆਪਣੇ ਆਪ ਨੂੰ ਇੱਕ ਚੇਤਨਾ, ਅਵਿਨਾਸ਼ੀ ਆਤਮਾ, ਸ਼ਾਂਤੀ ਸਰੂਪ, ਸ਼ਕਤੀ ਸਰੂਪ। ਮੇਰੇ ਵਿੱਚ ਸ਼ਕਤੀ ਵੀ ਆਵੇ, ਮੇਰੇ ਵਿੱਚ ਸ਼ਾਂਤੀ ਵੀ ਆਵੇ, ਮੇਰੇ ਵਿੱਚ ਗੁਣ ਵੀ ਹਨ। ਗੁਰਬਾਣੀ ਦੇ ਵਿੱਚ ਇਹ ਚੀਜ਼ਾਂ ਸਭ ਦੱਸੀਆਂ ਗਈਆਂ, ਅੱਛੀ ਤਰ੍ਹਾਂ ਸਮਝਾਇਆ ਗਿਆ। ਪਰ ਗੱਲ ਇਹ ਹੈ, ਕੱਲ ਵੀ ਮੈਂ ਸੁਣ ਰਿਹਾ ਸੀ, ਇੱਕ ਕੰਨਿਆ ਇੱਕ ਵਿਚਾਰ ਦੇ ਰਹੀ ਸੀ ਕਿ ਪੜ੍ਹਦੇ ਤਾਂ ਅਸੀਂ ਬਹੁਤ ਦੇਰ ਤੋਂ ਰਹੇ ਹਾਂ, ਗੁਰਬਾਣੀ ਵੀ ਬਹੁਤ ਦੇਰ ਤੋਂ ਪੜ੍ਹ ਰਹੇ ਹਾਂ, ਪਰ ਗੁਰਬਾਣੀ ਦੇ ਉੱਤੇ ਵਿਚਾਰ ਨਹੀਂ ਕੀਤਾ। ਆਪਾਂ ਦੋ ਤੁਕਾਂ ਪੜ੍ਹੀਏ, ਦੋ ਸ਼ਬਦ ਪੜ੍ਹੀਏ, ਪਰ ਉਹਦੇ 'ਤੇ ਵਿਚਾਰ ਤਾਂ ਕਰੀਏ ਨਾ। ਅੱਜ ਮੈਂ ਇਸੇ ਚੀਜ਼ ਦੇ ਉੱਤੇ ਫੋਕਸ ਦੇ ਰਿਹਾ ਹਾਂ ਕਿ ਵਿਚਾਰਾਂ ਦੇ ਉੱਤੇ ਤੁਸੀਂ ਫੋਕਸ ਦਿਓ। ਇਹ 4 ਪ੍ਰਕਾਰ ਦੇ ਜਾਂ 10 ਪ੍ਰਕਾਰ ਦੇ ਵਿਚਾਰ ਹੈ, ਇਹਨਾਂ ਵਿੱਚੋਂ ਮੈਨੂੰ ਕਿਹੜੇ ਵਿਚਾਰ ਚਾਹੀਦੇ? ਕੋਈ ਵੱਡੀ ਸਾਧਨਾ ਕਰਨ ਦੀ ਜ਼ਰੂਰਤ ਨਹੀਂ ਹੈ। ਤੁਸੀਂ ਗ੍ਰਸਤ ਮਾਰਗ ਦੇ ਵਿੱਚ ਰਹਿੰਦੇ ਹੋਏ, ਪ੍ਰਵਿਰਤੀ ਦੇ ਵਿੱਚ ਰਹਿੰਦੇ ਹੋਏ, ਆਪਣੇ ਸਵਸਥ ਨੂੰ, ਆਪਣੀ ਸਿਹਤ ਨੂੰ ਅੱਛਾ ਬਣਾ ਸਕਦੇ ਹੋ। ਪਰ ਪਹਿਲਾ ਫੋਕਸ ਕਿੱਥੇ ਹੋਣਾ ਚਾਹੀਦਾ? ਪਹਿਲਾ ਫੋਕਸ ਸਰੀਰ ਦੇ ਉੱਪਰ ਨਾ ਹੋਵੇ। ਪਹਿਲਾ ਫੋਕਸ ਜਿਹੜਾ ਹੈ ਸਾਡਾ ਮੇਰੇ ਵਿਚਾਰ ਦੇ ਉੱਪਰ। ਕਦੇ ਵੀ ਜੋਸ਼ ਜਾਂ ਹੋਸ਼ ਖਤਮ ਹੁੰਦਾ ਹੈ, ਕ੍ਰੋਧ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ। ਕ੍ਰੋਧ ਤੋਂ ਪਹਿਲਾਂ ਕੀ ਹੁੰਦਾ ਹੈ? ਮਨ ਦੇ ਵਿੱਚ ਕੁਝ ਘਬਰਾਹਟ ਹੁੰਦੀ ਹੈ, ਫਿਰ ਕ੍ਰੋਧ ਹੁੰਦਾ ਹੈ। ਫਿਰ ਕੋਈ ਵੀ ਘਟਨਾ ਹੁੰਦੀ ਹੈ, ਉਸ ਦੇ ਉੱਤੇ ਸਾਡਾ ਵਿਚਾਰ ਚੱਲਦਾ ਰਹਿੰਦਾ। ਪਰ ਕਈ ਘੰਟੇ ਤੱਕ ਉਹ ਸਾਡੀ ਆਤਮਾ ਦੇ ਉੱਤੇ ਨੈਗੇਟਿਵ ਪ੍ਰੈਸ਼ਰ ਪਾ ਕੇ ਉਸ ਨੂੰ ਕਮਜ਼ੋਰ ਕਰ ਦਿੰਦੀ ਹੈ। ਆਪਣਾ ਵਾਸਤਵਿਕ ਜੋ ਹੈ, ਜੋ ਅਲਟੀਮੇਟ ਗੋਲ ਹੈ, ਜਿਹੜੀ ਸਾਡੀ ਮੰਜ਼ਿਲ ਹੈ, ਉਹ ਇਹ ਹੈ ਕਿ ਹੋਲਿਸਟਿਕ ਹੈਲਥ, ਜਿਹਨੂੰ ਅਸੀਂ ਸੰਪੂਰਨ ਸਵਾਸਥ ਕਹਿੰਦੇ ਹਾਂ। ਸੰਪੂਰਨ ਸਵਾਸਥ ਤਾਂ ਹੀ ਹੋ ਸਕਦੀ ਹੈ ਕਿ ਜੇ ਆਪਾਂ ਅਧਿਆਤਮਿਕ ਸਵਾਸਥ ਦੇ ਉੱਤੇ ਜ਼ਿਆਦਾ ਫੋਕਸ ਦੇਵਾਂਗੇ। ਕਿਉਂਕਿ ਹੈਡ ਐਂਡ ਹਾਰਟ ਦੀ ਹੀਲਿੰਗ ਵੀ ਇਹ ਹੈ। ਹੈਡ ਦਾ ਮਤਲਬ ਕੀ ਹੈ? ਹੈਡ ਤਾਂ ਇੱਕ, ਉਸ ਦੇ ਅੰਦਰ ਇੱਕ ਛੋਟੇ ਗ੍ਰੰਥੀਆਂ ਹਨ, ਔਰ ਉਹ ਆਪਸ ਵਿੱਚ ਹੀ ਉਹਨਾਂ ਦਾ ਕਨੈਕਸ਼ਨ ਹੈ। ਕੁਝ ਮੈਡੀਕਲ ਵਿੱਚ ਮੈਂ ਦੱਸ ਵੀ ਚੁੱਕਿਆ ਹਾਂ ਕਿ ਪੈਨੀਅਲ ਬੋਡੀ ਹੈ, ਉਹਦੇ ਨਾਲ ਹਾਈਪੋਥੈਲੇਮਸ ਹੈ, ਉਹਦੇ ਉੱਤੇ ਸਾਡੀ ਆਤਮਾ ਨਿਵਾਸ ਕਰਦੀ ਹੈ, ਔਰ ਉਹਦੇ ਤੱਕ ਇੱਕ ਇੱਕ ਵਿਚਾਰ ਪਹੁੰਚਦਾ ਹੈ। ਕੋਈ ਵਿਚਾਰ ਦਾ ਨਿਰਣੇ ਵੀ ਉਸ ਦੀ ਪਰਮਿਸ਼ਨ ਤੋਂ ਬਗੈਰ ਨਹੀਂ ਲਿਆ ਜਾ ਸਕਦਾ। ਪਰ ਇੱਕ ਚੀਜ਼ ਹੈ, ਮਨ ਮਾਨੀ ਕਰਦਾ ਹੈ, ਮਨ ਪਰਮਤ ਮੰਨਦਾ ਹੈ, ਦੁਨੀਆ ਦੀ ਇਨਫੋਰਮੇਸ਼ਨ ਆਉਂਦੀ ਹੈ। ਅੱਜ ਤੁਹਾਨੂੰ ਲੋਕ ਅਨੇਕ ਵਿਚਾਰ ਦੇ ਸਕਦੇ। ਮੈਂ ਇੱਕ ਡਾਕਟਰ ਸਾਹਿਬ ਨੂੰ ਪੁੱਛਿਆ, ਡਾਕਟਰ ਸਾਹਿਬ ਤੁਸੀਂ ਨੇ ਮੈਨੂੰ ਕਿਹਾ ਕਿ ਮੈਂ ਥੋੜ੍ਹੀ ਡਰਿੰਕ ਕਰਦਾ ਡੇਲੀ, ਸ਼ਾਮ ਨੂੰ ਨੀਂਦ ਅੱਛੀ ਆਉਂਦੀ ਹੈ, ਡਾਈਜੈਸ਼ਨ ਅੱਛਾ ਹੁੰਦਾ, ਤੁਸੀਂ ਮਨਾ ਕਿਉਂ ਕਰਦੇ ਹੋ? ਮੈਂ ਕਿਹਾ ਕੱਲ੍ਹ ਸਵੇਰੇ ਗੱਲ ਕਰਾਂਗੇ। ਅਗਲੇ ਦਿਨ ਬੈਠ ਕੇ ਘੰਟਾ ਗੱਲ ਕੀਤੀ। ਮੈਂ ਕਿਹਾ ਕੀ ਸਾਡੇ ਪੂਰਵਜ ਜਿਹੜੇ ਸੀ ਉਹ ਸ਼ਰਾਬ ਦੇ ਉੱਤੇ ਨਿਰਭਰ ਕਰਦੇ ਸੀ? ਅੱਜ ਤੋਂ 50-60-100 ਸਾਲ ਪਹਿਲਾਂ ਇਹਨਾਂ ਚੀਜ਼ਾਂ ਤੇ ਨਿਰਭਰ ਕਰਦੇ ਸੀ? ਅੱਜ ਜਿਹੜੀ ਹੈ
ਅੱਜ ਜਿਹੜੀ ਸਮਗਲਿੰਗ ਹੋ ਰਹੀ ਹੈ ਨਸ਼ਿਆਂ ਦੀ, ਇੱਥੋਂ ਉੱਧਰ ਉੱਧਰੋਂ ਇੱਧਰ, ਔਰ ਆਹ ਦੇਖੋ ਕਰੋਨਾ ਦੇ ਵਿੱਚ ਸ਼ਰਾਬ ਨੂੰ ਥੋੜ੍ਹਾ ਬੰਦੀ ਕਰ ਦਿੱਤੀ ਗਈ ਤਾਂ ਲੋਕਾਂ ਨੇ ਬਲੈਕ ਮਾਰਕੀਟਿੰਗ ਇੱਧਰੋਂ ਉੱਧਰ ਭੇਜਣਾ, ਉੱਧਰੋਂ ਇੱਧਰ ਭੇਜਣਾ। ਆਪਾਂ ਕੀ ਹੈ, ਆਪਾਂ ਆਰਟੀਫਿਸ਼ੀਅਲ ਕਰਚਿਸ ਜਿਹੜੀਆਂ ਹੈਗੀਆਂ ਆਰਟੀਫਿਸ਼ੀਅਲ, ਉਹ ਕਹਿੰਦੇ ਹੁੰਦੇ ਆ ਸੋਟੀਆਂ ਦੇ ਸਹਾਰੇ ਚੱਲ ਰਹੇ ਆ, ਇਹ ਦਵਾਈਆਂ ਦੇ ਸਹਾਰੇ ਚੱਲ ਰਹੇ ਆ, ਔਰ ਉਹ ਬਲਕਿ ਹੋਰ ਹੀ ਸਾਡੀ ਸਵਾਸਥ ਨੂੰ ਕਮਜ਼ੋਰ ਕਰ ਰਹੀਆਂ ਹਨ। ਜੇ ਸਾਡੀ ਆਪਣੀ ਆਧਿਆਤਮਿਕ ਸਵਾਸਥ, ਜਿਹੜੀ ਸਾਡੀ ਆਤਮਾ ਹੈ, ਆਤਮਾ ਵਿੱਚ ਬਲ ਆਏ, ਆਪਾਂ ਹਰ ਇੱਕ ਚੀਜ਼ ਸ਼ੁਰੂ ਕਰਨ ਤੋਂ ਪਹਿਲਾਂ ਈਸ਼ਵਰ ਪਿਤਾ ਤੋਂ ਇਹੀ ਮੰਗਦੇ ਹਾਂ ਕਿ ਮੈਨੂੰ ਇਸ ਡੋਲਣ ਤੋਂ ਰੱਖਿਓ, ਪ੍ਰਭੂ ਮੈਨੂੰ ਸਹਾਰਾ ਦਿਓ। ਜਦੋਂ ਸਾਡੇ ਕੋਲ ਬਹੁਤ ਵੱਡੀ ਘਟਨਾ ਵੀ ਹੋ ਜਾਂਦੀ ਹੈ ਤਾਂ ਵੀ ਅਸੀਂ ਕਹਿੰਦੇ ਹਾਂ ਈਸ਼ਵਰ ਤੁਹਾਨੂੰ ਬਲ ਬਖਸ਼ੇ ਇਸ ਘਟਨਾ ਨੂੰ ਬਰਦਾਸ਼ਤ ਕਰਨ ਦਾ। ਤਾਂ ਆਪਾਂ ਆਪਣੀ ਸਵਾਸਥ ਨੂੰ ਕਿਉਂ ਨਹੀਂ ਅੱਛਾ ਬਣਾ ਲੈਂਦੇ? ਜਦੋਂ ਆਪਾਂ ਇਹ ਜਾਣਦੇ ਹਾਂ ਇਕੱਲੇ ਆਏ ਸੀ, ਇਕੱਲੇ ਹੀ ਜਾਣਾ ਹੈ, ਪਰ ਇੱਥੇ ਸੰਪੂਰਨ ਬਣ ਕੇ ਜਾਣਾ। ਇਹ ਇੱਕ ਛੋਟੀ ਜੀ ਗੱਲ ਹੈ। वो छोटी जी गल की है कहते हैं कोरी आत्मा मोरी मैल है माया जाल, घर जाऊं कैसे, घर किद्दां जावां, बाप दे पास किद्दां जावां। बाप तां परम पवित्र है, ज्ञान दा सागर है, गुणां दा सागर है और पवित्रता दा सागर है। मैं तां भरिया होया अवगुणां दे नाल। तां हुण आपां ਇਹ ਚੀਜ਼ਾਂ ਨੂੰ ਵੀ ਨਾਲ ਜੋੜਨਾ ਹੈ। ਮੈਂ ਕਿਉਂ ਜੋੜ ਰਿਹਾ ਹਾਂ? ਕਿਉਂਕਿ ਇਹ ਚੀਜ਼ਾਂ ਸਾਨੂੰ ਆਤਮਿਕ ਬਲ ਦਿੰਦੀਆਂ ਹਨ। ਜਦੋਂ ਤੋਂ ਮੈਂ ਇਹਨਾਂ ਚੀਜ਼ਾਂ ਨੂੰ ਸ਼ੁਰੂ ਕੀਤਾ ਹੈ, ਮੈਂ ਇਹ ਮਹਿਸੂਸ ਹੀ ਨਹੀਂ ਕੀਤਾ। ਮੈਂ ਪ੍ਰੈਕਟੀਕਲ ਲਾਈਫ ਦੇ ਵਿੱਚ ਵੀ ਦੇਖਿਆ ਹੈ ਕਿ ਮੇਰੇ ਜੀਵਨ ਦੇ ਵਿੱਚ ਬਹੁਤ ਵੱਡਾ ਪਰਿਵਰਤਨ ਆਇਆ। ਇੱਕ ਤਾਂ ਮੇਰੇ ਬਿਹੇਵੀਅਰ ਦੇ ਵਿੱਚ ਪਰਿਵਰਤਨ ਆਇਆ। ਮੈਂ ਆਪਣੇ ਆਪ ਨੂੰ ਬਜਾਏ ਕਿ ਮੈਂ ਦੂਸਰੇ ਵੱਲ ਉਂਗਲੀ ਕਰਾਂ, ਅੱਜ ਅਸੀਂ ਕੀ ਕਰਦੇ ਹਾਂ ਕਿ ਦੋਸ਼ੀ ਦੂਸਰੇ ਨੂੰ ਠਹਿਰਾਉਂਦੇ। ਅਗਰ ਮੈਨੂੰ ਗੁੱਸਾ ਆਇਆ ਤਾਂ ਉਸ ਦਾ ਕਾਰਨ ਫਲਾਣਾ ਬੰਦਾ ਹੈ। ਇਸ ਤੋਂ ਪਹਿਲਾਂ ਵੀ ਮੈਂ 2-4 ਗੱਲਾਂ ਦੱਸ ਚੁੱਕਿਆ ਹਾਂ ਕਿ ਸੱਸ ਤੇ ਨੂੰਹ ਦਾ ਝਗੜਾ, ਵੱਡੀਆਂ ਵੱਡੀਆਂ ਕੰਪਨੀਆਂ ਦਾ ਝਗੜਾ, ਮੈਨੇਜਮੈਂਟ ਦਾ ਵਰਕਰ ਨਾਲ ਝਗੜਾ, ਇਹ ਸਾਰੀਆਂ ਚੀਜ਼ਾਂ ਦੂਰ ਹੋ ਸਕਦੀਆਂ। ਪਰ ਇੱਕ ਚੀਜ਼ ਹੈ ਕਿ ਉਹ ਕਹਿੰਦੇ ਬਿੱਲੀ ਦੇ ਗਲ ਟੱਲੀ ਕੌਣ ਬੰਨੇ, ਕਿ ਪਹਿਲ ਕੌਣ ਕਰੇ। ਪਹਿਲਾਂ ਆਪਾਂ ਇਸ ਗੱਲ ਦੀ ਪਹਿਲ ਕਰੀਏ ਕਿ ਮੈਂ ਆਪਣੇ ਆਪ ਨੂੰ ਸੁਧਾਰਾਂ। ਮੈਂ ਆਪਣੇ ਆਪ ਦੇ ਜਿਹੜੇ ਮੇਰੇ ਨੈਗੇਟਿਵ ਵਿਚਾਰ ਹੈ, ਉਹਨਾਂ ਵਿਚਾਰਾਂ ਨੂੰ ਮੈਂ ਆਪਣਾ ਪਰਿਵਰਤਨ ਕਰਾਂ। ਮੇਰੇ ਹੱਥ ਵਿੱਚ ਦੂਸਰੇ ਨੂੰ ਠੀਕ ਕਰਨਾ ਨਹੀਂ ਹੈ। ਕੀ ਅੱਜ ਤੱਕ ਤੁਸੀਂ ਸੋਚਿਆ ਹੈ ਕਿ ਤੁਸੀਂ ਦੂਸਰੇ ਬੰਦੇ ਨੂੰ ਠੀਕ ਕੀਤਾ, ਉਹਨੂੰ ਕੰਟਰੋਲ ਕੀਤਾ? ਮੰਨ ਲਓ ਇੱਕ ਬੰਦਾ ਤੁਹਾਨੂੰ ਕੁਝ ਗਲਤ ਗੱਲਾਂ ਕਰਦਾ ਹੈ, ਕੁਝ ਗਾਲੀ ਗਲੌਚ ਕਰ ਗਿਆ, ਤੁਸੀਂ ਹਰਟ ਹੋ ਗਏ, ਤੁਹਾਡੇ ਦਿਲ ਦੇ ਉੱਤੇ ਉਹ ਛਾਪ ਲੱਗ ਗਈ। ਤੁਸੀਂ ਰੋਜ਼ ਉਸੇ ਨੂੰ ਸੋਚਦੇ ਰਹਿੰਦੇ, ਬਦਲਾ ਲਵਾਂਗਾ, ਕਿਉਂ ਉਹਨੇ ਕਿਹਾ ਇਹ ਚੀਜ਼। ਪਰ ਇੱਕ ਚੀਜ਼ ਹੈ, ਇਹਨੂੰ ਜਦੋਂ ਆਪਾਂ ਮਨ ਦੇ ਉੱਤੇ ਸਦਾ ਹੀ ਰੱਖਦੇ ਹਾਂ ਤਾਂ ਸਾਨੂੰ ਇਹਨੂੰ ਕਹਿੰਦੇ ਹਾਂ ਕਿ ਇਹ ਜਿਹੜੇ ਵਿਚਾਰ ਹੈ, ਇਹ ਸਾਡੀ ਆਤਮਾ ਨੂੰ ਨਿਰਬਲ ਕਰ ਦਿੰਦੇ। ਕਦੋਂ ਤੱਕ ਚੱਕ ਕੇ ਰੱਖਾਂਗੇ? ਆਪਾਂ ਆਪਣੇ ਵਿਚਾਰ ਨੂੰ ਬਦਲ ਦੇਈਏ, ਨਿਆਰੇ ਹੋ ਕੇ ਸੁਣ ਲਈਏ। ਜਿਵੇਂ ਆਪਾਂ ਕਹਿੰਦੇ ਹਾਂ ਆਪਣੇ ਅੰਦਰ ਸ਼ਕਤੀਆਂ ਨਹੀਂ ਹੈ, ਟੋਲਰੇਟ ਪਾਵਰ ਨਹੀਂ ਹੈ। ਸਹਿਨ ਸ਼ਕਤੀ ਨੂੰ ਸਹਿਨ ਸ਼ਕਤੀ ਕਿਹਾ ਜਾਂਦਾ ਹੈ, ਕਮਜ਼ੋਰੀ ਨਹੀਂ ਕਿਹਾ ਜਾਂਦਾ। ਉਹ ਕਹਿੰਦੇ ਹੈ ਕਿ ਜੇ ਨੀਵਾਂ ਹੋਣਾ ਹੈ ਤਾਂ ਇਹਦਾ ਮਤਲਬ ਹੈ ਕਮਜ਼ੋਰੀ ਨਹੀਂ। ਕਮਜ਼ੋਰੀ ਨਹੀਂ ਹੈ, ਸ਼ਕਤੀ ਹੈ। ਸ਼ਕਤੀ ਵਾਲਾ ਆਦਮੀ ਗੱਲ ਸੁਣ ਲਏਗਾ, ਮਗਰ ਉਹ ਵਿਚਾਰ ਕਰੇਗਾ, ਫਿਰ ਉਸ ਦਾ ਡਿਸੀਜ਼ਨ ਲਏਗਾ। ਜਦੋਂ ਇਹ ਚੀਜ਼ਾਂ ਸਾਡੇ ਵਿੱਚ ਆ ਜਾਣ, ਸਭ ਤੋਂ ਪਹਿਲਾਂ ਇੱਕੋ ਹੀ ਚੀਜ਼ ਹੈ ਕਿ ਜੇ ਸਾਨੂੰ ਪਤਾ ਲੱਗ ਜਾਏ ਕਿ ਮਾਈਂਡ ਨੂੰ ਮੋਲਡ ਕਿੱਦਾਂ ਕਰਨਾ ਹੈ, ਔਰ ਅਸੀਂ ਇਸ ਤੋਂ ਅਗਲੇ ਕੜੀ ਦੇ ਵਿੱਚ ਮੈਡੀਟੇਸ਼ਨ ਦੇ ਉੱਤੇ ਕੁਝ ਪ੍ਰਕਾਸ਼ ਪਾਵਾਂਗੇ ਕਿ ਮੈਡੀਟੇਸ਼ਨ ਜੋ ਹੈ ਉਹ ਰੀਅਲ ਮੈਡੀਟੇਸ਼ਨ ਕੀ ਹੈ। ਉਹ ਮੈਡੀਟੇਸ਼ਨ ਦਾ ਕਨੈਕਸ਼ਨ ਕਿਹਦੇ ਨਾਲ ਹੈ? ਉਹਦਾ ਜਿਹੜਾ ਰਿਸੋਰਸ ਹੈ, એનર્ਜੀ ਦੀ ਤਾਕਤ ਲੈਣ ਦਾ
ਸੋਰਸ ਕਿਹੜਾ ਹੈ, ਉਸ ਸੋਰਸ ਦੇ ਨਾਲ ਸਾਡਾ ਮਨ ਜੁੜ ਜਾਵੇ ਤਾਂ ਉਹ ਸੋਰਸ ਤੋਂ ਅਸੀਂ ਉਹ ਗ੍ਰਹਿਣ ਕਰ ਸਕਦੇ ਹਾਂ, ਤਾਂ ਸਾਡੀ ਆਤਮਾ ਦੇ ਅੰਦਰ ਉਹ ਸ਼ਕਤੀ ਆਉਣੀ ਸ਼ੁਰੂ ਹੋ ਜਾਵੇ, ਖੁਸ਼ੀ ਆਉਣੀ ਸ਼ੁਰੂ ਹੋ ਜਾਵੇ, ਤਾਂ ਉਸ ਦੇ ਨਾਲ ਹੀ ਸਾਡੇ ਅੰਦਰ ਬਲ ਆਉਣਾ ਸ਼ੁਰੂ ਹੋ ਜਾਂਦਾ ਹੈ। ਆਪਾਂ ਹਰ ਇੱਕ ਧਰਮ ਦੇ ਵਿੱਚ ਦੇਖਦੇ ਹਾਂ ਕਿ ਅੱਛੀਆਂ ਤੋਂ ਅੱਛੀਆਂ ਗੱਲਾਂ ਦੱਸੀਆਂ ਗਈਆਂ ਹਨ, ਪਰ ਉਹਨਾਂ ਨੂੰ ਅਸੀਂ ਜੀਵਨ ਵਿੱਚ ਨਹੀਂ ਲਿਆ ਸਕੇ। ਉਸ ਦਾ ਕਾਰਨ ਕੀ ਹੈ? ਉਸ ਦਾ ਦੋ ਹੀ ਕਾਰਨ ਹੈ। ਆਪਣੇ ਅੰਦਰ ਦੀ ਆਪਣਾ ਨਿਰੀਖਣ ਨਹੀਂ ਕਰ ਸਕੇ, ਜਾਂਚ ਨਹੀਂ ਕਰ ਸਕੇ, ਬਾਹਰ ਤੋਂ ਆਉਣ ਵਾਲੇ ਵਾਤਾਵਰਣ ਦੇ ਵਿੱਚ ਅਸੀਂ ਜਿਹੜੀ ਪੋਜ਼ਿਟਿਵ ਸੂਚਨਾ ਨੂੰ ਨਹੀਂ ਲੈ ਸਕੇ, ਨੈਗੇਟਿਵ ਨੂੰ ਅਸੀਂ ਜ਼ਿਆਦਾ ਚੱਕਦੇ ਹਾਂ। ਕਿਉਂਕਿ ਅੱਜ ਹਾਲਾਤ ਇਸ ਤਰ੍ਹਾਂ ਦੇ ਬਣ ਚੁੱਕੇ ਹਨ ਕਿ ਹਰ ਇੱਕ ਬੰਦਾ ਟੈਨਸ਼ਨ ਦੇ ਵਿੱਚ ਹੈ, ਔਰ ਉਹ ਆਪਣੇ ਬੱਚਿਆਂ ਨੂੰ ਵੀ ਪਿਆਰ ਨਹੀਂ ਦੇ ਸਕਦਾ, ਆਪਣੇ ਪਰਿਵਾਰ ਨੂੰ ਵੀ ਪਿਆਰ ਨਹੀਂ ਦੇ ਸਕਦਾ। ਆਪਣੀ ਦਿਨਚਰਿਆ ਦੇ ਵਿੱਚ ਸਵੇਰੇ ਤੋਂ ਸ਼ਾਮ ਤੱਕ ਉੱਠਣ ਤੋਂ ਲੈ ਕਰਕੇ ਕੁਛ ਨਾ ਕੁਛ ਪ੍ਰੈਸ਼ਰ ਮਨ ਦੇ ਉੱਤੇ ਰਹਿੰਦਾ ਹੈ। ਉਸ ਦੇ ਨਾਲ ਕੀ ਹੈ, ਉਮਰ ਘਟਦੀ ਜਾਂਦੀ ਹੈ ਔਰ ਅੰਦਰ ਦੀ ਆਤਮਾ ਕਮਜ਼ੋਰ ਹੁੰਦੀ ਜਾਂਦੀ ਹੈ, ਔਰ ਜਦੋਂ ਤੱਕ ਇਹ ਸਰੀਰ ਇੰਨਾ ਕਮਜ਼ੋਰ ਹੋ ਜਾਂਦਾ ਹੈ, ਇੰਨਾ ਕਮਜ਼ੋਰ ਹੋ ਜਾਂਦਾ ਹੈ ਤਾਂ ਅਸੀਂ ਦੇਖਦੇ ਹਾਂ ਕਿ ਸਰੀਰ ਬੁਢਾਪਾ ਆ ਗਿਆ, ਬੁਢਾਪੇ ਦੇ ਸਰੀਰ ਨੂੰ ਤਾਂ ਛੱਡ ਦਿੱਤਾ। ਹੁਣ ਜਿਹੜਾ ਨਵਾਂ ਸਰੀਰ ਲਵਾਂਗੇ ਉਹਦੇ ਵਿੱਚ ਕੀ ਜਾਏਗਾ? ਉਹਦੇ ਵਿੱਚ ਸਿਮ ਕਾਰਡ ਤਾਂ ਇਹ ਹੀ ਜਾਏਗਾ। ਇਹੀ ਆਤਮਾ ਜਾ ਕਰਕੇ ਅਵਿਨਾਸ਼ੀ ਆਤਮਾ ਨਏ ਸਰੀਰ ਦੇ ਵਿੱਚ ਪ੍ਰਵੇਸ਼ ਕਰਦੀ ਹੈ ਤਾਂ ਉਸ ਦੇ ਨਾਲ ਕੀ ਹੁੰਦਾ ਹੈ ਕਿ ਉਹ ਵਿਚਾਰ ਉੱਥੋਂ ਹੀ ਸ਼ੁਰੂ ਹੋ ਜਾਂਦੇ ਹਨ। ਇਸ ਦਾ ਇੱਕ ਪਰੀਖਣ ਵੀ ਕੀਤਾ ਗਿਆ ਕਿ ਇੱਕ ਮਾਤਾ ਪਿਤਾ ਜੋ ਕਿ ਸਵਿਮਰ ਸਨ, ਉਹ ਤਲਾਬ ਦੇ ਵਿੱਚ ਤੈਰਦੇ ਸੀ, ਉਹਨਾਂ ਦੇ ਘਰ ਬੱਚਾ ਪੈਦਾ ਹੋਇਆ। ਉਹ ਬੱਚੇ ਨੂੰ ਉਹਨਾਂ ਨੇ ਸੋਚਿਆ ਬਈ ਇਹਨੂੰ ਵੀ ਅਸੀਂ ਇਸ ਤਰ੍ਹਾਂ ਦਾ ਮਾਸਟਰ ਬਣਾਵਾਂਗੇ, ਤੈਰਨਾ ਸਿਖਾਵਾਂਗੇ। ਜਿਉਂ-ਜਿਉਂ ਉਹ ਬੱਚਾ ਵੱਡਾ ਹੋਇਆ, ਜਦੋਂ ਉਸ ਨੂੰ ਉਸ ਤਲਾਬ ਦੇ ਪਾਸ ਲੈ ਕੇ ਜਾ ਕੇ, ਉਹ ਪਾਣੀ ਦੇ ਬਹੁਤ ਵੱਡਾ, ਪਾਣੀ ਦੇ ਨਜ਼ਦੀਕ ਨਾ ਜਾਵੇ, ਤਾਂ ਉਹਨੇ ਸੋਚਿਆ ਕੀ ਕਾਰਨ ਹੋ ਸਕਦਾ ਹੈ। ਉਸ ਨੂੰ ਉਹ ਕਿਸੇ ਡਾਕਟਰ ਦੇ ਪਾਸ ਲੈ ਗਏ। ਉਹ ਡਾਕਟਰ ਜਿਹੜਾ ਸੀ ਉਹ ਹਿਪਨੋਟਾਈਜ਼ ਕਰਦਾ ਸੀ। ਹਿਪਨੋਟਾਈਜ਼ ਵੀ ਇੱਕ ਵਿਧੀ ਹੈ ਕਿ ਬੰਦੇ ਨੂੰ ਪਿੱਛੇ ਲਿਜਾਇਆ ਜਾਵੇ, ਉਸ ਦੀ ਲਾਈਫ ਨੂੰ ਪਿੱਛੇ ਲਿਜਾਇਆ ਜਾਏ। ਤਾਂ ਇਸ ਤਰ੍ਹਾਂ ਕਰਕੇ ਉਹਦੀ ਜਿਹੜੀ ਲਾਈਫ ਹੈ ਉਸ ਨੂੰ ਪਿੱਛੇ ਲੈ ਕੇ ਗਏ ਤਾਂ ਕੀ ਦੇਖਿਆ ਕਿ ਉਹ ਬੱਚਾ ਆਪਣੀ ਪਿਛਲੀ ਜ਼ਿੰਦਗੀ ਇੱਕ ਹੜ੍ਹ ਵਿੱਚ, ਇੱਕ ਬਾੜ ਦੇ ਵਿੱਚ ਖੋ ਬੈਠਾ ਸੀ। ਉਹਨੂੰ ਪਾਣੀ ਤੋਂ ਡਰ ਲੱਗਦਾ ਸੀ, ਪਰ ਉਹ ਡਰ ਨੂੰ ਲੈ ਕੇ ਅੱਗੇ ਆਏ। ਇਸ ਵਾਸਤੇ ਸਾਨੂੰ ਇਹ ਚੀਜ਼ ਚਾਹੀਦੀ ਹੈ ਕਿ ਅਸੀਂ ਹਰ ਸੈਕਿੰਡ ਚਾਤਰਿਕ ਰਹੀਏ, ਹਰ ਸੈਕਿੰਡ ਹਰ ਵਿਚਾਰ ਨੂੰ ਚੈੱਕ ਕਰਦੇ ਰਹੀਏ। ਤਾਂ ਇਸ ਵਾਸਤੇ ਸਾਨੂੰ ਇਹਨਾਂ ਚੀਜ਼ਾਂ ਨੂੰ ਆਪਣੇ ਜੀਵਨ ਵਿੱਚ ਉਤਾਰਨਾ ਜ਼ਰੂਰੀ ਹੈ। ਅਤੇ ਸਭ ਤੋਂ ਪਹਿਲੀ, ਸਭ ਤੋਂ ਬੇਸਿਕ ਜਿਹੜੀ ਅਧਿਆਤਮਿਕ ਸਵਾਸਥ ਹੈ, ਇਸ ਨੂੰ ਹੀ ਆਪਾਂ ਜੀਵਨ ਵਿੱਚ ਲੈ ਆਈਏ। ਫਿਰ ਅਗਲੇ ਟੌਪਿਕ ਦੇ ਵਿੱਚ ਆਪਾਂ ਕੁਝ ਮੈਡੀਟੇਸ਼ਨ ਦੇ ਉੱਪਰ ਵਿਚਾਰ ਕਰਾਂਗੇ। ਇਸ ਨਾਲ ਹੀ ਮੈਂ ਵਿਰਾਮ ਦਿੰਦਾ ਹੋਇਆ ਸੰਗਤਾਂ ਨੂੰ ਸਤਿ ਸ੍ਰੀ ਅਕਾਲ।